जैसा हमने कल आपको सारे आंकड़े भी दिखाए थे पंजाब और हरियाणा में जो स्टबल बर्निंग है उसको लेके, उससे ये बिल्कुल अब स्पष्ट हो गया है कि जो अक्टूबर और नवंबर के महीने में जो साल दर साल दिल्ली वालों का, एनसीआर वालों का दम घुटता है, वो पंजाब और हरियाणा में जो पराली जलाई जाती है वो उसकी वजह से होता है। ਦਿੱਲੀ ਇੱਕ ਵਾਰ ਫਿਰ ਤੋਂ ਭਿਆਨਕ ਹਵਾ ਪ੍ਰਦੂਸ਼ਣ ਦੀ ਲਪੇਟ ਵਿੱਚ ਹੈ। ਸਾਲ ਦਰ ਸਾਲ ਦਿੱਲੀ 'ਚ ਪ੍ਰਦੂਸ਼ਣ ਵਧਦਾ ਜਾ ਰਿਹਾ ਹੈ। ਦਿੱਲੀ ਦੇ ਹਾਲਾਤ ਬਿਲਕੁਲ ਨਹੀਂ ਬਦਲ ਰਹੇ, ਪਰ ਜੋ ਬਦਲਦਾ ਨਜ਼ਰ ਆ ਰਿਹਾ ਹੈ ਉਹ ਹੈ ਦਿੱਲੀ ਦੀ ਸਰਕਾਰ ਦਾ ਰੁਖ। ਜੇਕਰ 3 ਸਾਲ ਪਹਿਲਾਂ ਦਿੱਲੀ ਸਰਕਾਰ ਹਵਾ ਪ੍ਰਦੂਸ਼ਣ ਦੇ ਸਰੋਤ ਬਾਰੇ ਪੂਰੀ ਤਰ੍ਹਾਂ ਪੱਕੀ ਸੀ, ਅੱਜ ਦਿੱਲੀ ਨੂੰ आंकड़े क्यों नहीं मिल रहे? कोई भी आधिकारिक डेटा मौजूद नहीं है जो ये बता पाता है कि कितना पोल्यूशन कौन से सोर्स से होता है। ਇਸ ਤੋਂ ਪਹਿਲਾਂ ਆਪ ਦੇ ਦਿੱਲੀ ਦੇ ਵਿੱਚ ਹਵਾ ਪ੍ਰਦੂਸ਼ਣ ਲਈ ਪੰਜਾਬ ਅਤੇ ਹਰਿਆਣਾ 'ਚ ਪਰਾਲੀ ਸਾੜਨ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਤੁਹਾਨੂੰ ਦੱਸ ਦਈਏ 3 ਸਾਲ ਪਹਿਲਾਂ ਦਿੱਲੀ ਆਮ ਆਦਮੀ ਪਾਰਟੀ ਦੀ ਆਗੂ ਆਤਿਸ਼ੀ ਨੇ ਬਿਲਕੁਲ ਵੱਖਰਾ ਸਟੈਂਡ ਲਿਆ ਸੀ। ਭਾਰਤੀ ਖੇਤੀ ਖੋਜ ਪ੍ਰੀਸ਼ਦ ICAR ਦੁਆਰਾ ਜਾਰੀ ਕੀਤੇ ਗਏ ਆંકੜਿਆਂ ਦਾ ਹਵਾਲਾ ਦਿੰਦੇ ਹੋਏ ਨਵੰਬਰ 2020 ਦੇ ਵਿੱਚ ਆਪ ਨੇਤਾ ਨੇ ਕਿਹਾ ਸੀ ਕਿ ਦਿੱਲੀ ਪ੍ਰਦੂਸ਼ਣ ਦਾ ਸਿੱਧਾ ਸੰਬੰਧ ਹਰਿਆਣਾ ਅਤੇ ਪੰਜਾਬ ਵਿੱਚ ਪਰਾਲੀ ਸਾੜਨ ਦੇ ਨਾਲ ਹੈ। ਉਸਨੇ 에ਅਰ ਕੁਆਲਿਟੀ ਕਮਿਸ਼ਨ ਨੂੰ ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀਆਂ ਵਿਰੁੱਧ ਅਪਰਾਧਿਕ ਅਣਗਹਿਲੀ ਦੇ ਕੇਸ ਦਰਜ ਕਰਨ ਅਤੇ ਖੁਦ ਨੋਟਿਸ ਲੈਣ ਦੀ ਅਪੀਲ ਕਰਦਿਆਂ ਕਿਹਾ ਸੀ ਕਿ ਦੋਵਾਂ ਰਾਜਾਂ ਵਿੱਚ ਪਰਾਲੀ ਸਾੜਨ ਕਾਰਨ ਦਿੱਲੀ ਵਿੱਚ ਅਸਹਿਣਯੋਗ ਹਵਾ ਪ੍ਰਦੂਸ਼ਣ ਹੋ ਰਿਹਾ ਹੈ। ਉਸ ਸਮੇਂ ਕਾਂਗਰਸ ਦੇ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਸੀ ਅਤੇ ਭਾਜਪਾ ਦੇ ਮਨੋਹਰ ਲਾਲ ਖੱਟਰ ਹਰਿਆਣਾ ਦੇ ਮੁੱਖ ਮੰਤਰੀ ਸਨ। ਪਰ ਹੁਣ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤਾਂ ਦਿੱਲੀ ਸਰਕਾਰ ਨੇ ਸਟੈਂਡ ਬਦਲ ਲਿਆ ਹੈ। 2020 ਵਿੱਚ ਵੀ ਉਹਨਾਂ ਨੇ ਆਪਣੇ ਇੱਕ ਪੱਤਰ ਦੇ ਵਿੱਚ ਆਤਿਸ਼ੀ ਨੇ ਕਿਹਾ ਸੀ ਕਿ ਪੰਜਾਬ ਦੇ ਖੇਤਾਂ ਵਿੱਚ ਅੱਗ ਲੱਗਣ ਦੀ ਗਿਣਤੀ ਨਾਲ ਦਿੱਲੀ ਦੇ ਵਿੱਚ ਪ੍ਰਦੂਸ਼ਣ ਦਾ ਪੱਧਰ ਵਧਿਆ ਹੈ। ਪਰ ਅੱਜ ਦਿੱਲੀ ਸਰਕਾਰ ਦਾ ਕਹਿਣਾ ਹੈ ਕਿ ਦਿੱਲੀ ਵਿੱਚ ਹਵਾ ਦੀ ਜਿਹੜੀ ਗੁਣਵੱਤਾ ਹੈ ਉਹਦੇ ਵਿੱਚ ਸੁਧਾਰ ਹੋਇਆ ਹੈ, ਕਿਉਂਕਿ ਪੰਜਾਬ ਵਿੱਚ ਖੇਤਾਂ ਦੇ ਵਿੱਚ ਜਿਹੜੀ ਅੱਗ ਹੈ ਉਹ ਪਰਾਲੀ ਸਾੜਨ ਦੀ ਉਹਦੀ ਗਿਣਤੀ ਹੈ ਉਹ ਘਟੀ ਹੈ। ਇਧਰ ਪੰਜਾਬ ਸਰਕਾਰ ਦਾਅਵਾ ਕਰ ਰਹੀ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਪੰਜਾਬ ਦੇ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਕਰੀਬ 53% ਕਮੀ ਆਈ ਹੈ। ਪੰਜਾਬ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਉਸਨੇ ਸੂਬੇ ਵਿੱਚ ਝੋਨੇ ਦੇ ਪਰਾਲੀ ਨੂੰ ਸਾੜਨ ਦੀ ਗੰਭੀਰ ਸਮੱਸਿਆ ਦੇ ਹੱਲ ਲਈ ਕਈ ਅਹਿਮ ਕਦਮ ਚੁੱਕੇ ਨੇ। ਇਸ ਦੇ ਲਈ ਸਰਕਾਰ ਵੱਲੋਂ ਆંકੜੇ ਜਾਰੀ ਕੀਤੇ ਗਏ ਨੇ। ਇਹ ਦਾਅਵਾ ਕੀਤਾ ਗਿਆ ਹੈ ਕਿ 2022 ਵਿੱਚ ਪਰਾਲੀ ਨੂੰ ਅੱਗ ਲਗਾਉਣ ਦੀ ਗਿਣਤੀ 5798 ਸੀ, ਜੋ ਕਿ ਇਸ ਸਾਲ ਘਟ ਕੇ 2704 ਰਹਿ ਗਈ ਹੈ, ਜੋ ਕਿ 25 ਅਕਤੂਬਰ 2022 ਦੇ ਮੁਕਾਬਲੇ 25 ਅਕਤੂਬਰ 2023 ਤੱਕ 53% ਘਟੀ ਹੈ। ਪਰ ਹਰਿਆਣਾ ਸਰਕਾਰ ਨੇ ਆਪਣੇ ਗੁਆਂਢੀ ਸੂਬੇ ਪੰਜਾਬ ਦੇ ਦਾਅਵਿਆਂ ਦੀ ਪੋਲ ਖੋਲ ਦਿੱਤੀ ਹੈ। ਹਰਿਆਣਾ ਨੇ ਨਾਸਾ ਦੀ ਅਧਿਕਾਰਕ ਵੈਬਸਾਈਟ ਤੇ ਸੈਟੇਲਾਈਟ ਤਸਵੀਰਾਂ ਜਾਰੀ ਕੀਤੀਆਂ ਨੇ, ਜੋ ਹਰਿਆਣਾ 'ਚ ਪਰਾਲੀ ਸਾੜਨ ਦੇ ਮਾਮਲੇ ਤੋਂ ਵੀ ਦੁੱਗਣੇ ਮਾਮਲੇ ਪੰਜਾਬ ਦੇ ਵਿੱਚ ਪਰਾਲੀ ਸਾੜਨ ਦੇ ਦਿਖਾ ਰਿਹਾ ਹੈ, ਜਦਕਿ ਤਸਵੀਰ ਵਿੱਚ ਪੰਜਾਬ ਦੇ ਮੁਕਾਬਲੇ ਹਰਿਆਣਾ ਵਿੱਚ ਅੱਗ ਲੱਗਣ ਦੇ ਅੱਧੇ ਤੋਂ ਵੀ ਘੱਟ ਮਾਮਲੇ ਸਾਹਮਣੇ ਆਉਂਦੇ ਨੇ। अरविंद केजरीवाल सदैव झूठ बोलने का काम करते हैं। नासा का लाइव डाटा है 25 और 26 अक्टूबर का, जिसमें स्पष्ट रूप से कहां-कहां पंजाब में आग लगी है, पराली जलाई जा रही है और कहां-कहां हरियाणा में जलाई जा रही है। हरियाणा के मुकाबले दुगने से भी ज्यादा पराली पंजाब में जलाई जा रही है। उन्होंने ऐसे घटनाओं में बढ़ोतरी की है। हरियाणा की खट्टर सरकार ने उसमें कमी लाई है। कल तक अरविंद केजरीवाल विदेशी मैगजीन का और विदेशी एजेंसियों का उल्लेख करते थे। आज वही डाटा नासा ने की है। इस पर उनकी चुप्पी, खामोशी संदेह पैदा करती है। जब वहां कैप्टन अमरिंदर की कांग्रेस की सरकार थी, बार बार नासा के उसका वो जिक्र करते थे और कहते थे दिल्ली में इसके कारण पॉल्यूशन फैलता है, हरियाणा में इसके कारण पॉल्यूशन फैलता है। आज उनकी चुप्पी बताती है कि दाल में कुछ काला है। एक उन्होंने आरोप ये लगाया कि भारतीय एजेंसियां उसको पोल्यूशन का डाटा नहीं दे रही है। आज उनको भारतीय एजेंसियों के पोल्यूशन के डाटा की कब से जरूरत पड़ गई? इससे पहले तो वो जोर जोर से चिल्लाते थे, देखिए कि नासा की वेबसाइट क्या कह रही है, या विदेशी मैगजीन भी देखो हमारी तारीफ कर रही है। आज उनको देश प्रेम कब से उमड़ पड़ा? कुल मिला के अरविंद केजरीवाल प्रदूषण के मामले में अपने दोहरे मापदंड पे फंस गए हैं। पंजाब में बुरी तरह पॉल्यूशन फैलाया जा रहा है पंजाब के द्वारा। हरियाणा की खट्टर सरकार की नीयत साफ है, किसानों को नुकसान होने नहीं देंगे। उनकी पराली को हम खरीदते हैं और उसको आगे चाहे इंडियन ऑयल के माध्यम से या किसी भी रूप में उसका उपयोग करते हैं और किसानों को उसके एवज में पैसा देते हैं। पंजाब सरकार फेल है और अरविंद केजरीवाल का चेहरा पब्लिक के सामने उजागर हो गया कि वो केवल दोहरे मापदंड उड़ाते हैं। जहां इनकी सरकार नहीं होती वहां ये आरोप लगाते हैं, जब सरकार आ जाती है उस पर ये खामोश रह जाते हैं।
ਪੰਜਾਬ ਸਰਕਾਰ ਦਾਅਵਾ ਕਰ ਰਹੀ ਹੈ ਕਿ ਸੂਬੇ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਨੂੰ ਘੱਟ ਕਰਨ ਦੇ ਲਈ ਕਈ ਅਹਿਮ ਕਦਮ ਚੁੱਕੇ ਗਏ ਨੇ। ਸਰਕਾਰ ਦੀ ਪਹਿਲ ਕਦਮੀ ਵਿੱਚ ਕਿਸਾਨ ਸਮੂਹਾਂ ਲਈ 80% ਸਬਸਿਡੀ ਅਤੇ ਵਿਅਕਤੀਗਤ ਕਿਸਾਨਾਂ ਲਈ 50% ਸਬਸਿਡੀ ਤੇ ਫਸਲਾਂ ਦੀ ਰਹਿੰਦ ਖੂੰਹਦ ਪ੍ਰਬੰਧ ਯਾਨੀ ਕਿ CRM ਮਸ਼ੀਨਾਂ ਦਾ ਪ੍ਰਬੰਧ ਸ਼ਾਮਲ ਹੈ। ਭਗਵੰਤ ਮਾਨ ਸਰਕਾਰ ਨੇ ਵਾਢੀ ਦੇ ਸੀਜ਼ਨ ਤੋਂ ਪਹਿਲਾਂ ਸਤੰਬਰ ਦੇ ਵਿੱਚ 24,000 ਮਸ਼ੀਨਾਂ ਖਰੀਦਣ ਦੀ ਮਨਜ਼ੂਰੀ ਦਿੱਤੀ ਸੀ, ਜਿਨ੍ਹਾਂ ਵਿੱਚੋਂ 16,000 ਮਸ਼ੀਨਾਂ ਪਹਿਲਾਂ ਹੀ ਕਿਸਾਨਾਂ ਦੀ ਵਰਤੋਂ ਦੇ ਵਿੱਚ ਨੇ। ਹਰੇਕ ਬਲਾਕ ਵਿੱਚ ਕਸਟਮ ਹਾਇਰਿੰਗ ਸੈਂਟਰ ਸਥਾਪਿਤ ਕੀਤੇ ਗਏ ਨੇ। ਜ਼ਿਲ੍ਹਿਆਂ ਨੂੰ 7.15 ਕਰੋੜ ਰੁਪਏ ਦੀ ਵੰਡ ਕੀਤੀ ਗਈ ਸੀ, ਜਿਸ ਨਾਲ ਇਹ ਯਕੀਨੀ ਬਣਾਇਆ ਗਿਆ ਸੀ ਕਿ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਜਾਣੀ ਕਿ CRM ਮਸ਼ੀਨਾਂ ਮੁਫਤ ਮੁਹੱਈਆ ਕਰਵਾਈਆਂ ਜਾਣ। ਪਰ ਪਿੰਡ ਢਿਲਮਾ ਦੇ ਇੱਕ ਕਿਸਾਨ ਦਾ ਕਹਿਣਾ ਹੈ ਕਿ ਸਰਕਾਰ ਸਾਡੀ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਕਰ ਰਹੀ ਹੈ। ਸਾਡੇ ਕੋਲ ਪਰਾਲੀ ਸਾੜਨ ਤੋਂ ਇਲਾਵਾ ਹੋਰ ਕੋਈ ਚਾਰਾ नहीं है। हाँ ठीक है, गवर्नमेंट बातें तो बहुत करती है, बैन किया हो गवर्नमेंट ने, लेकिन गवर्नमेंट ने किसानों के लिए क्या सहूलत दी है? बोलते कि किसानों को जो सुपर सीडर कह रहे हैं कि दे रहे हैं किसानों को, ये 50% सब्सिडी पे दे रहे हैं। अभी 50% सब्सिडी जो गवर्नमेंट की आ रही है वो 1,05,000 रुपये आ रही है, और जो सुपर सीडर किसानों को मिल रहे हैं वो 2,75,000 2,85,000 का सुपर सीडर मिल रहा है। और क्या 1,05,000 रुपये जो वो 50% बनती है? हिसाब लगा के देखो तो ये सीधा सीधा किसानों के साथ धोखा है। इसलिए किसान के पास कोई हल नहीं है, इसको जलाने के अलावा इसके पास कोई हल नहीं है। दिल्ली में जो फैक्ट्रियां हैं, जो दिल्ली के अंदर जो गाड़ियां हैं, क्या उसका पोल्यूशन नहीं होता? किसान का पोल्यूशन ही सरकार को चुभता है। ये जो इस बार सरकार जो पराली इकट्ठा करके लेके जा रही फैक्ट्रियों में जलाने के लिए, क्या उससे पोल्यूशन नहीं होगा? किसान का खेत के अंदर जलेगी तो उससे पोल्यूशन होता है, तो फैक्ट्री में जलेगी उससे पोल्यूशन नहीं होता है, वही पराली है। मांगे सरकार सही तरीके से सब्सिडी दे, किसान को 80% सब्सिडी के ऊपर जो जितनी भी मशीनरी है वो मुहैया करवाए। अगर सरकार चाहती है इसको सही टिकाने लगाना, 80% सब्सिडी किसान को मिले, तब जाके जो इसका कोई हल हो सकता है। ਤੁਸੀਂ ਸੁਣਿਆ ਕਿਸ ਤਰ੍ਹਾਂ ਦਿੱਲੀ ਸਰਕਾਰ ਅਤੇ ਪੰਜਾਬ ਸਰਕਾਰ ਜ਼ਮੀਨੀ ਪੱਧਰ ਤੇ ਘਾਟ ਅਤੇ ਕਾਗਜ਼ੀ ਕਾਰਵਾਈ ਦੇ ਵਿੱਚ ਪੰਜਾਬ ਅੰਦਰ ਪਰਾਲੀ ਘੱਟ ਸਾੜਨ ਦਾ ਦਾਅਵਾ ਜ਼ਰੂਰ ਕਰ ਰਹੀ ਹੈ, ਜਿਸ ਦੀ ਪੋਲ ਹਰਿਆਣਾ ਸਰਕਾਰ ਨੇ ਖੋਲ ਦਿੱਤੀ ਹੈ। ਹੁਣ ਦੇਖਣਾ ਹੋਵੇਗਾ ਕਿ ਦਿੱਲੀ ਸਰਕਾਰ ਦਿੱਲੀ ਅੰਦਰ ਵੱਧ ਰਹੇ ਪ੍ਰਦੂਸ਼ਣ ਲਈ ਪੰਜਾਬ ਅਤੇ ਹਰਿਆਣਾ ਵਿੱਚੋਂ ਕਿਸ ਸੂਬੇ ਤੇ ਕਾਰਵਾਈ ਕਰਨ ਦੀ ਗੱਲ ਕਰਦੀ ਹੈ, ਕਿਉਂਕਿ ਦੀਵਾਲੀ, ਗੁਰਪੁਰਬ, ਕ੍ਰਿਸਮਸ ਅਤੇ ਨਵੇਂ ਸਾਲ ਮੌਕੇ ਖੂਬ ਪਟਾਕੇ ਚਲਾਏ ਜਾਣਗੇ।